जय हिंद। ਅੱਜ ਆਪਾਂ ਜਮਾਤ 8ਵੀਂ ਦੇ ਪਹਿਲੇ ਪਾਠ ਪਰਮੇਯ ਸੰਖਿਆਵਾਂ ਦਾ ਦੂਸਰਾ ਅਭਿਆਸ ਕਰਨ ਜਾ ਰਹੇ ਹਾਂ 1.2। ਇਸ ਅਭਿਆਸ ਵਿੱਚ ਜ਼ਿਆਦਾਤਰ ਆਪਾਂ ਨੂੰ ਪਰਮੇਯ ਸੰਖਿਆਵਾਂ ਦੀ ਘਟਾਓ ਕਰਨ ਦੇ ਲਈ ਹੀ ਕਿਹਾ ਜਾਊਗਾ। ਕੁਐਸਚਨ ਪਹਿਲੇ ਦੇ ਵਿੱਚ ਵੀ ਘਟਾਓ ਕਰਨ ਲਈ ਕਿਹਾ ਗਿਆ ਹੈਗਾ। ਇਹਦਾ ਪਹਿਲਾ ਜੋ ਸਮ ਹੈ ਉਹ ਆਪਾਂ ਕਰਕੇ ਦੇਖ ਲੈਂਦੇ ਹਾਂ। 4/5 ਦੇ ਵਿੱਚੋਂ 2/5 ਘਟਾਉਣ ਦੇ ਲਈ ਕਿਹਾ ਗਿਆ ਹੈਗਾ। ਇੱਥੇ ਵੀ ਆਪਾਂ LCM ਮੈਥਡ ਹੀ ਵਰਤਾਂਗੇ ਤੇ ਕਿਉਂਕਿ ਹੇਠਾਂ ਵਾਲੇ ਪੋਰਸ਼ਨ ਦੇ ਵਿੱਚ 5 ਹੀ ਆ ਰਿਹਾ ਹੈਗਾ ਤਾਂ ਜੋ ਇਹਨਾਂ ਦਾ ਸਾਂਝਾ LCM ਬਣ ਜਾਊਗਾ ਉਹ ਬਣ ਜਾਊਗਾ 5 ਹੀ ਤੇ ਉੱਪਰ ਵਾਲੇ ਜੋ ਅੰਕ ਨੇ ਉਹ ਵੀ ਇਸੇ ਤਰ੍ਹਾਂ ਨਾਲ ਇੱਥੇ ਆ ਜਾਣਗੇ ਤਾਂ 4 ਵੀ ਉਸ ਤਰ੍ਹਾਂ ਨਾਲ ਹੀ ਆ ਜਾਊਗਾ, ਉਹਨਾਂ ਦੇ ਵਿਚਾਲੇ ਵਾਲੀ ਮਾਈਨਸ ਵੀ ਆ ਜਾਊ ਤੇ 2 ਵੀ ਆ ਜਾਊਗਾ। ਅਗਲੇ ਸਟੈਪ ਦੇ ਵਿੱਚ 4 ਦੇ ਵਿੱਚੋਂ 2 ਨੂੰ ਮਾਈਨਸ ਕਰ ਦੇਣਾ ਆਪਾਂ ਤੇ ਆਪਣਾ ਆਨਸਰ ਬਣ ਜਾਊਗਾ 2 ਤੇ ਜੋ 5 ਹੈ ਇਹ ਵੀ ਇਸ ਦੇ ਵਟੇ ਆ ਜਾਊਗਾ ਐਜ਼ ਇਟ ਇਜ਼। ਤਾਂ ਤੁਹਾਡੇ ਪਹਿਲੇ ਕੁਐਸਚਨ ਦਾ ਆਨਸਰ ਹੋ ਜਾਊਗਾ 2/5। ਕੁਐਸਚਨ ਦੂਸਰਾ ਹੱਲ ਕਰ ਲੈਨੇ ਹੁਣ ਆਪਾਂ। 4/7 ਦੇ ਵਿੱਚੋਂ ਘਟਾਉਣਾ ਹੈ -3/7 ਨੂੰ ਤਾਂ ਪਹਿਲਾ ਕੰਮ ਹੋਊ ਆਪਣਾ ਇਸ ਬ੍ਰੈਕਟ ਨੂੰ ਖੋਲਣ ਦਾ। ਤਾਂ ਇਹ ਚੀਜ਼ ਆਪਾਂ 1.1 ਦੇ ਵਿੱਚ ਵੀ ਕੀਤੀ ਸੀ ਕਿ ਜਦੋਂ ਹੀ ਕੋਈ ਇਸ ਤਰ੍ਹਾਂ ਦੀ ਬ੍ਰੈਕਟ ਖੁੱਲਦੀ ਹੈ ਜਿਹਦੇ ਅੰਦਰ ਵੀ ਮਾਈਨਸ ਹੋਵੇ ਤੇ ਬਾਹਰ ਵੀ ਮਾਈਨਸ ਹੋਵੇ ਤਾਂ ਮਾਈਨਸ ਪਲੱਸ ਹੋ ਜਾਂਦਾ। ਤੁਹਾਡੇ ਕੋਲ ਬਣ ਜਾਊਗਾ 4/7 + 3/7। ਇਸ ਤੋਂ ਅੱਗੇ ਹੁਣ ਤੁਸੀਂ ਇਹਦੇ ਵਿੱਚ LCM ਮੈਥਡ ਲਗਾ ਸਕਦੇ ਹੋ ਕਿਉਂਕਿ ਇੱਥੇ ਵੀ ਦੇਖੋ 7 ਆ ਰਿਹਾ ਤੇ ਇੱਥੇ ਵੀ 7 ਆ ਰਿਹਾ ਹੈ ਤਾਂ ਸਾਂਝਾ LCM ਤਾਂ 7 ਹੀ ਹੋ ਜਾਏਗਾ। ਉੱਪਰ ਵਾਲੇ ਦੋਨੇ ਨੰਬਰ ਹੈ ਜੋ ਉਹ ਵੀ ਸਿੰਪਲੀ ਆ ਜਾਣਗੇ। ਵਿਚਾਲੇ ਪਲੱਸ ਆ ਰਿਹਾ ਸੀ ਤਾਂ ਇੱਥੇ ਵੀ ਵਿਚਾਲੇ ਪਲੱਸ ਆ ਜਾਊਗਾ। ਜੋੜਨ ਤੋਂ ਬਾਅਦ ਅਗਰ ਆਪਾਂ ਦੇਖੀਏ ਤਾਂ 4 ਤੇ 3 7 ਆ ਜਾਊਗਾ ਤੇ ਵਟੇ ਪਹਿਲਾਂ ਹੀ 7 ਸੀ ਤੇ 7/7 ਨੂੰ ਜੋ ਤੁਸੀਂ ਕੱਟੋਗੇ ਤਾਂ ਤੁਹਾਡਾ ਆਨਸਰ ਬਣ ਜਾਏਗਾ 1। ਤਾਂ ਤੁਹਾਡੇ ਦੂਸਰੇ ਕੁਐਸਚਨ ਦਾ ਆਨਸਰ ਆ ਰਿਹਾ ਹੈਗਾ 1। ਇਸ ਤੋਂ ਬਾਅਦ ਕੁਐਸਚਨ ਤੀਸਰਾ ਕਰ ਲੈਂਦੇ ਆਪਾਂ। 3/4 ਵਿੱਚੋਂ -5/8 ਨੂੰ ਘਟਾਉਣ ਦਾ ਕੰਮ ਦਿੱਤਾ ਹੋਇਆ ਹੈਗਾ। ਇੱਥੇ ਦੁਬਾਰਾ ਤੋਂ ਫਿਰ ਆਪਾਂ ਨੂੰ ਇਹ ਵਾਲੀ ਜੋ ਬ੍ਰੈਕਟ ਹੈ ਇਹਨੂੰ ਪਹਿਲਾਂ ਖੋਲਣਾ ਪਊਗਾ ਤੇ ਇਹਨੂੰ ਪਹਿਲਾਂ ਚਲੋ ਖੋਲ ਲੈਂਦੇ ਆ। ਇੱਥੇ ਅੰਦਰ ਵੀ ਮਾਈਨਸ ਹੈ ਤੇ ਬਾਹਰ ਵੀ ਮਾਈਨਸ ਹੈ ਤੇ ਬ੍ਰੈਕਟ ਖੁੱਲਣ ਤੋਂ ਬਾਅਦ ਇਹ ਪਲੱਸ ਬਣ ਜੂ ਤਾਂ ਤੁਹਾਡੇ ਕੋਲ ਆ ਜਾਊਗਾ 3/4 + 5/8। ਇੱਥੇ ਤੁਹਾਡੇ ਕੋਲ 4 ਤੇ 8 ਇਹਨਾਂ ਦੋਨਾਂ ਦਾ LCM ਆਪਾਂ ਨੂੰ ਲੈਣਾ ਪਊਗਾ। ਇਹਨੂੰ 2 ਦੇ ਪਹਾੜੇ ਤੇ ਲੈ ਕੇ ਗਏ ਤਾਂ ਆਪਣੇ ਕੋਲ ਸਭ ਤੋਂ ਪਹਿਲਾਂ ਆ ਜਾਊਗਾ ਇੱਥੇ 2 ਦੂਣੀ 4 ਤੇ 4 ਦੂਣੀ 8। ਫਿਰ ਤੋਂ ਆਪਾਂ ਨੂੰ 2 ਦੇ ਪਹਾੜੇ ਤੇ ਲੈ ਕੇ ਗਏ ਤਾਂ ਤੁਹਾਡੇ ਕੋਲ ਆ ਜਾਊਗਾ ਇੱਥੇ 1 ਤੇ ਇੱਥੇ ਆ ਜਾਊਗਾ 2 ਤਾਂ ਇੱਥੇ 3 ਗੁਣਨਖੰਡ ਬਣੇ ਗਏ 2 2 ਤੇ 2 ਤਾਂ ਤੁਹਾਡੇ ਕੋਲ ਜੋ LCM ਹੈ ਤੁਹਾਡਾ ਉਹ ਬਣ ਜਾਊਗਾ 2 × 2 × 2। ਇਹਨਾਂ ਨੂੰ ਗੁਣਾ ਕਰਦੇ ਆਪਾਂ 2 ਦੂਣੀ 4 ਤੇ 4 ਦੂਣੀ 8 ਤਾਂ ਤੁਹਾਡਾ LCM ਹੈ ਜੋ ਬਣ ਜਾਊਗਾ 8। ਤਾਂ ਅਗਲੇ ਸਟੈਪ ਦੇ ਵਿੱਚ ਆਪਾਂ 8 LCM ਹੈ ਜੋ ਉਹਨੂੰ ਇੱਥੇ ਵਰਤ ਲੈਣੇ ਹੈਗੇ। ਹੁਣ ਜੋ 4 ਹੈ ਉਹਨੂੰ ਆਪਾਂ 8 ਦੇ ਨਾਲ ਭਾਗ ਕੀਤੀ ਤੁਹਾਡੇ ਕੋਲ ਆ ਗਿਆ 2 ਨੂੰ ਗੁਣਾ ਕਰਤੀ 3 ਦੇ ਨਾਲ ਤਾਂ ਇੱਥੇ ਤੁਹਾਡੇ ਕੋਲ ਬਣ ਜਾਊਗਾ 2 × 3। ਉਸ ਤੋਂ ਬਾਅਦ ਦੇਖੋ ਪਲੱਸ ਦਾ ਨਿਸ਼ਾਨ ਹੈ ਤਾਂ ਪਲੱਸ ਦਾ ਨਿਸ਼ਾਨ ਲਾਤਾ। ਫਿਰ 8 ਨੂੰ ਭਾਗ ਕੀਤੀ 8 ਦੇ ਨਾਲ ਤੁਹਾਡੇ ਕੋਲ ਆ ਜਾਊਗਾ 1 ਤੇ 1 ਦੀ ਗੁਣਾ ਹੋ ਜਾਊਗੀ 5 ਨਾਲ। ਇਸ ਤੋਂ ਬਾਅਦ ਅਗਲੇ ਸਟੈਪ ਵਿੱਚ ਇਸ ਨੂੰ ਆਪਾਂ ਹੱਲ ਕਰ ਲੈਨੇ ਆ। 3 ਤੇ 2 ਦੀ ਗੁਣਾ ਕਰਕੇ ਤੁਹਾਡੇ ਕੋਲ ਆ ਜਾਊਗਾ 6 ਫਿਰ ਪਲੱਸ ਦਾ ਨਿਸ਼ਾਨ ਹੈ। ਫਿਰ 5 ਤੇ 1 ਦੀ ਗੁਣਾ ਕਰਕੇ ਤੁਹਾਡੇ ਕੋਲ ਆ ਜਾਊਗਾ 5। ਹੇਠਾਂ ਤੁਹਾਡੇ ਕੋਲ ਚੱਲਿਆ ਜਾ ਰਿਹਾ ਹੈਗਾ 8 ਤਾਂ 6 + 5 ਨੂੰ ਤੁਸੀਂ ਜੋੜੋਗੇ ਤਾਂ ਤੁਹਾਡੇ ਕੋਲ ਬਣ ਜਾਊਗਾ 11 ਬਟਾ ਤੁਹਾਡੇ ਕੋਲ ਪਹਿਲਾਂ ਹੀ ਆ ਰਿਹਾ 8 ਤੇ 11/8 ਤੁਹਾਡਾ ਆਨਸਰ ਬਣ ਜਾਊਗਾ ਤੀਸਰੇ ਕੁਐਸਚਨ ਦਾ। ਚੌਥਾ ਕੁਐਸਚਨ ਹੱਲ ਕਰ ਲੈਨੇ ਆਪਾਂ। ਚੌਥੇ ਕੁਐਸਚਨ ਵਿੱਚ 5/14 ਵਿੱਚੋਂ ਮਾਈਨਸ ਕਰਾਂਗੇ ਆਪਾਂ -8/21 ਨੂੰ ਤਾਂ ਦੇਖੋ ਉਹੀ ਪ੍ਰੋਬਲਮ ਬਾਰ-ਬਾਰ ਆ ਰਹੀ ਹੈ ਕਿ ਜੋ ਬ੍ਰੈਕਟ ਹੈ ਇਸ ਨੂੰ ਆਪਾਂ ਪਹਿਲਾਂ ਓਪਨ ਕਰਾਂਗੇ ਤੇ ਕਿਉਂਕਿ ਇੱਥੇ ਅੰਦਰ ਵੀ ਮਾਈਨਸ ਆ ਰਹੀ ਸੀ ਤੇ ਬਾਹਰ ਵੀ ਮਾਈਨਸ ਆ ਰਹੀ ਸੀ ਤਾਂ ਮਾਈਨਸ ਤੁਹਾਡੇ ਕੋਲ ਇੱਥੇ ਪਲੱਸ ਹੋ ਜਾਊਗਾ 5/14 ਪਲੱਸ ਬ੍ਰੈਕਟ ਖੋਲ ਕੇ 8/21 ਆ ਗਿਆ। ਇੱਥੇ ਜੋ LCM ਲੈਣਾ ਹੈ ਉਹ 14 ਤੇ 21 ਦਾ ਲਿਆ ਜਾਊਗਾ। ਸਭ ਤੋਂ ਪਹਿਲਾਂ ਆਪਾਂ ਇਹਨੂੰ 7 ਦੇ ਪਹਾੜੇ ਤੇ ਲੈ ਕੇ ਜਾਵਾਂਗੇ। 7 ਦੇ ਪਹਾੜੇ ਤੇ ਲੈ ਕੇ ਤਾਂ 7 ਦੂਣੀ 14 ਹੋ ਗਿਆ ਤੇ 7 ਤੀਆ 21 ਹੋ ਗਿਆ ਤੇ ਤੁਹਾਡੇ ਕੋਲ 3 ਗੁਣਨਖੰਡ ਬਣ ਗਏ 7 2 ਤੇ 3 ਤਾਂ ਇੱਥੇ LCM ਕੱਢਣਾ ਜਦੋਂ ਆਪਾਂ ਤਾਂ ਇੱਥੇ ਤਿੰਨੇ ਗੁਣਨਖੰਡਾਂ ਦੀ ਗੁਣਾ ਹੋ ਜੂਗੀ 7 × 3 × 2 ਤਾਂ 7 ਤੀਆ 21 ਤੇ 21 ਦੂਣਾ 42 ਤੁਹਾਡੇ ਕੋਲ ਜੋ ਹੈ ਤੁਹਾਡਾ ਫਾਈਨਲ LCM ਆ ਗਿਆ। ਇਸੇ LCM ਨੂੰ ਹੁਣ ਆਪਾਂ ਇੱਥੇ ਅੱਗੇ ਵਰਤ ਲੈਣੇ ਆ ਤਾਂ ਅਗਲੇ ਸਟੈਪ ਦੇ ਵਿੱਚ ਤੁਹਾਡੇ ਕੋਲ ਥੱਲੇ ਲੱਗ ਜਾਊਗਾ 42। ਹੁਣ 14 ਦੀ ਭਾਗ ਕੀਤੀ ਜਾਊਗੀ 42 ਦੇ ਨਾਲ ਤੁਹਾਡੇ ਕੋਲ ਆ ਜਾਊਗਾ 3 ਤੇ 3 ਦੀ ਗੁਣਾ ਕੀਤੀ ਜਾਊਗੀ ਇੱਥੇ 5 ਦੇ ਨਾਲ ਤਾਂ ਤੁਹਾਡੇ ਕੋਲ ਆ ਗਿਆ ਗੁਣਾ 5। ਫਿਰ ਤੁਹਾਡੇ ਕੋਲ ਪਲੱਸ ਦਾ ਨਿਸ਼ਾਨ ਆ ਰਿਹਾ ਤਾਂ ਪਲੱਸ ਦਾ ਨਿਸ਼ਾਨ ਪਾ ਲਿਆ ਆਪਾਂ। ਫਿਰ ਬ੍ਰੈਕਟ ਫਿਰ 21 ਦੀ ਭਾਗ ਕੀਤੀ ਜਾਊਗੀ 42 ਨਾਲ ਤੁਹਾਡੇ ਕੋਲ ਆ ਗਿਆ 2 ਤੇ 2 ਦੀ ਗੁਣਾ ਕੀਤੀ ਜਾਊਗੀ 8 ਦੇ ਨਾਲ ਤਾਂ ਤੁਸੀਂ ਗੁਣਾ ਲਾਤਾ 8। ਅਗਲੇ ਸਟੈਪ ਦੇ ਵਿੱਚ ਤੁਹਾਡੇ ਕੋਲ 3 ਤੇ 5 ਦੀ ਗੁਣਾ ਹੋ ਜੂਗੀ 5 ਤੀਏ ਹੁੰਦੇ ਆ 15 ਫਿਰ ਪਲੱਸ ਦਾ ਨਿਸ਼ਾਨ ਆ ਰਿਹਾ ਫਿਰ 2 ਤੇ 8 ਦੀ ਗੁਣਾ ਹੋ ਗਈ ਜਿੱਥੇ ਤੁਹਾਡੇ ਕੋਲ 8 ਦੂਣੀ ਆ ਗਿਆ 16 ਤੇ ਬਟਾ ਚੱਲੀ ਜਾ ਰਿਹਾ ਹੈਗਾ 42। ਇਸ ਤੋਂ ਬਾਅਦ ਲਾਸਟ ਵਾਲੇ ਸਟੈਪ ਦੇ ਵਿੱਚ ਤੁਹਾਡੇ ਕੋਲ 15 ਤੇ 16 ਨੂੰ ਜੋੜ ਦੇਣਾ ਤੁਸੀਂ। 15 ਤੇ 16 ਬਣ ਜਾਣਗੇ ਤੁਹਾਡੇ ਕੋਲ 31 ਬਟਾ ਤੁਹਾਡੇ ਕੋਲ ਆ ਗਿਆ 42। 31 ਤੇ 42 ਕਿਸੇ ਵੀ ਪਹਾੜੇ ਉੱਤੇ ਨਹੀਂ ਕੱਟੇ ਜਾ ਰਹੇ ਇਸ ਕਰਕੇ 31/42 ਤੁਹਾਡਾ ਫਾਈਨਲ ਆਨਸਰ ਹੋ ਜਾਊਗਾ ਚੌਥੇ ਕੁਐਸਚਨ ਦਾ। ਇਸ ਤੋਂ ਬਾਅਦ ਪੰਜਵਾਂ ਕੁਐਸਚਨ ਕਰ ਲੈਂਦੇ ਆਪਾਂ ਤਾਂ
8/15 ਦੇ ਵਿੱਚੋਂ ਆਪਾਂ ਨੂੰ ਮਾਈਨਸ ਕਰਨ ਲਈ ਕਿਹਾ ਗਿਆ ਹੈਗਾ -7/10। ਇੱਥੇ ਵੀ ਤੁਹਾਡੇ ਕੋਲ ਇਹ ਵਾਲੀ ਬ੍ਰੈਕਟ ਆ ਰਹੀ ਹੈ। ਜਦੋਂ ਆਪਾਂ ਇਹਨੂੰ ਓਪਨ ਕਰਾਂਗੇ ਤਾਂ ਤੁਹਾਡੇ ਕੋਲ ਅੰਦਰ ਵਾਲੀ ਮਾਈਨਸ ਤੇ ਬਾਹਰ ਵਾਲੀ ਮਾਈਨਸ ਕਰਕੇ ਪਲੱਸ ਹੋ ਜਾਊਗਾ। ਆਹ ਵਾਲੀ ਰਕਮ ਤੁਹਾਡੀ ਐਜ਼ ਇਟ ਇਜ਼ ਰਹਿ ਜੂਗੀ। ਤਾਂ 8 ਵਟੇ ਤੁਹਾਡੇ ਕੋਲ ਆ ਗਿਆ 15 ਮਾਈਨਸ ਦਾ, ਅੱਗੇ ਵੀ ਤੁਹਾਡੇ ਕੋਲ ਮਾਈਨਸ ਪਲੱਸ ਹੋ ਗਈ ਤੇ ਬ੍ਰੈਕਟ ਖੁੱਲਣ ਤੋਂ ਬਾਅਦ ਆ ਗਿਆ 7/10। ਹੁਣ ਜੋ ਐਲਸੀਐਮ ਹੈ ਉਹ 15 ਤੇ 10 ਦਾ ਲਿਆ ਜਾਊਗਾ। ਤਾਂ ਆਪਾਂ ਇੱਥੇ 15 ਤੇ 10 ਦਾ ਐਲਸੀਐਮ ਕਰ ਲੈਂਦੇ ਹਾਂ। 5 ਦੇ ਪਹਾੜੇ ਦੇ ਇਸ ਨੂੰ ਲੈ ਕੇ ਗਏ ਤਾਂ 5 ਤੀਏ 15 ਤੇ 5 ਦੂਣੀ 10। 3 ਗੁਣਨਖੰਡ ਆ ਗਏ ਤੁਹਾਡੇ ਕੋਲ 3, 2 ਤੇ 5 ਦਾ। ਇਹਨਾਂ ਨੂੰ ਆਪਾਂ ਐਲਸੀਐਮ ਕੈਲਕੂਲੇਟ ਕਰਨ ਦੇ ਵੇਲੇ ਗੁਣਾ ਕਰ ਲੈਂਦੇ ਹਾਂ। ਤਾਂ 5 ਤੀਏ ਤੁਹਾਡੇ ਕੋਲ ਬਣ ਗਿਆ 15, 15 ਦੂਣਾ ਤੁਹਾਡੇ ਕੋਲ ਆ ਗਿਆ ਆਨਸਰ 30। ਤਾਂ ਇੱਥੇ ਜੋ ਆਪਾਂ ਐਲਸੀਐਮ ਵਰਤਣਾ ਹੈ ਉਹ ਵਰਤਾਂਗੇ 30 ਵਰਤਾਂਗੇ ਆਪਾਂ। ਤਾਂ ਨੈਕਸਟ ਸਟੈਪ ਦੇ ਵਿੱਚ ਆਪਾਂ ਇੱਥੇ ਲਗਾ ਲੈਂਦੇ ਹਾਂ ਜੀ 30। ਹੁਣ ਜੋ ਉੱਪਰ ਵਾਲੀ ਰਕਮ ਹੈ ਇਸ ਨੂੰ ਆਪਾਂ ਕਿਸ ਨਾਲ ਗੁਣਾ ਕਰਾਂਗੇ? ਤਾਂ 15 ਨੂੰ ਭਾਗ ਕਰਕੇ ਦੇਖੋ 30 ਨਾਲ ਤੁਹਾਡੇ ਕੋਲ ਆ ਗਿਆ 2, 2 ਦੀ ਗੁਣਾ ਕਰਾਂਗੇ। ਫਿਰ ਤੁਹਾਡੇ ਕੋਲ ਨਿਸ਼ਾਨ ਪਲੱਸ ਦਾ ਹੈ, ਫਿਰ ਆ ਗਿਆ 7, 7 ਦੀ ਗੁਣਾ ਕਿਸ ਨਾਲ ਕਰਾਂਗੇ? ਦੇਖੋ 10 ਦੀ ਭਾਗ ਕਰਕੇ ਦੇਖੋ 30 ਨਾਲ ਤੁਹਾਡੇ ਕੋਲ ਆ ਗਿਆ ਆਨਸਰ 3। ਅਗਲੇ ਸਟੈਪ ਤੇ ਆ ਜਾਂਦੇ ਆਪਾਂ। ਅਗਲੇ ਸਟੈਪ ਵਿੱਚ -8 ਦੀ ਗੁਣਾ ਦੇਖੋ ਹੋ ਰਹੀ ਹੈ 2 ਨਾਲ, ਤਾਂ 8 ਦੂਣੀ 16, ਮਾਈਨਸ ਦਾ 16 ਆ ਜਾਊਗਾ। ਫਿਰ ਪਲੱਸ ਦਾ ਨਿਸ਼ਾਨ ਆ ਰਿਹਾ ਹੈ। ਫਿਰ 7 ਤੇ 3 ਦੀ ਗੁਣਾ ਜਦੋਂ ਹੋਊਗੀ ਤਾਂ ਇੱਥੇ ਬਣ ਜਾਊਗਾ 21 ਤੇ ਵਟੇ ਤੁਹਾਡੇ ਕੋਲ ਚੱਲ ਰਿਹਾ ਹੈਗਾ 30। ਨੈਕਸਟ ਸਟੈਪ ਦੇ ਵਿੱਚ -16 ਤੇ +21, ਇਹਨੂੰ ਅਗਰ ਆਪਾਂ ਹੱਲ ਕਰਾਂਗੇ ਤਾਂ ਦੇਖੋ ਇਹਨਾਂ ਵਿੱਚ ਜੋ ਫਰਕ ਆਊਗਾ ਉਹ ਆਊਗਾ 5 ਦਾ। ਵਟੇ ਤੁਹਾਡੇ ਕੋਲ ਚੱਲਿਆ ਜਾ ਰਿਹਾ ਹੈਗਾ 30। ਜਦੋਂ ਤੁਸੀਂ ਇਸ ਨੂੰ 5 ਦੇ ਪਹਾੜੇ ਤੇ ਕੱਟੋਗੇ ਤਾਂ 5 1 5 ਤੇ 5 6 30। ਤਾਂ ਤੁਹਾਡੇ ਕੋਲ ਜੋ ਸਹੀ ਆਨਸਰ ਬਣ ਜਾਊਗਾ ਉਹ ਬਣ ਜਾਊਗਾ 1/6। ਪੰਜਵੇਂ ਕੁਐਸਚਨ ਦਾ ਕੁਐਸਚਨ 6ਵਾਂ ਕਰ ਲੈਂਦੇ ਆਪਾਂ। 5/6 ਦੇ ਵਿੱਚੋਂ ਘਟਾਉਣ ਲਈ ਕਿਹਾ ਗਿਆ ਹੈ 6/11 ਨੂੰ। ਤੁਸੀਂ ਇੱਥੇ 11 ਤੇ 6 ਦੋਨਾਂ ਦਾ ਐਲਸੀਐਮ ਕੱਢ ਸਕਦੇ ਹੋਗੇ। ਤਾਂ ਦੇਖੋ 6 ਤੇ 11 ਦੋਨਾਂ ਦੇ ਵਿੱਚ ਕੋਈ ਵੀ ਪਹਾੜਾ ਸਾਂਝਾ ਨਹੀਂ ਹੁੰਦਾ, ਤਾਂ ਤੁਹਾਡੇ ਕੋਲ ਦੋ ਹੀ ਗੁਣਨਖੰਡ ਬਣ ਗਏ 6 ਤੇ 11। ਤੇ ਤੁਹਾਡੇ ਕੋਲ ਜੋ ਐਲਸੀਐਮ ਹੈ ਉਹ ਬਣ ਜਾਊਗਾ 11 × 6। ਕਹਿਣ ਦਾ ਮਤਲਬ ਤੁਹਾਡਾ ਜੋ ਐਲਸੀਐਮ ਬਣੂਗਾ ਉਹ ਬਣੂਗਾ 66। ਹੁਣ ਇੱਥੇ ਤੁਸੀਂ ਇੱਕ ਹੋਰ ਚੀਜ਼ ਕਰ ਸਕਦੇ ਹੋ, ਉਹ ਹੈ ਤਿਤਲੀ ਵਿਧੀ। ਤਾਂ 11 ਤੇ 6 ਦੀ ਗੁਣਾ ਕੀਤੀ ਤੁਹਾਡੇ ਕੋਲ ਆ ਗਿਆ 66 ਤਿਤਲੀ ਵਿਧੀ ਦੇ ਅਕੋਰਡਿੰਗ। ਫਿਰ 5 ਦੀ ਗੁਣਾ ਹੋਊਗੀ 11 ਦੇ ਨਾਲ, ਤਾਂ 5 ਦੀ ਗੁਣਾ ਹੋਈ 11 ਦੇ ਨਾਲ। ਫਿਰ ਤੁਹਾਡੇ ਕੋਲ ਮਾਈਨਸ ਦਾ ਨਿਸ਼ਾਨ ਆ ਰਿਹਾ ਹੈਗਾ, ਮਾਈਨਸ ਲਗਾ ਲਈ। 6 ਦੀ ਗੁਣਾ ਹੋਊਗੀ ਤੁਹਾਡੇ ਕੋਲ 6 ਦੇ ਨਾਲ। ਇਹ ਜੋ ਗੁਣਾ ਹੋ ਰਹੀ ਹੈ ਤਿਤਲੀ ਵਿਧੀ ਦੇ ਅਕੋਰਡਿੰਗ ਆਪਣੇ ਕੋਲ ਹੋ ਰਹੀ ਹੈਗੀ। ਅਗਲੇ ਸਟੈਪ ਵਿੱਚ 11 ਤੇ 5 ਦੀ ਗੁਣਾ ਹੋ ਜਾਊਗੀ। 11 5 ਹੁੰਦਾ ਹੈ 55, ਅੱਗੇ ਮਾਈਨਸ ਦਾ ਨਿਸ਼ਾਨ ਆ ਗਿਆ। 6 ਦੀ 6 ਨਾਲ ਗੁਣਾ ਕੀਤੀ, ਇਹ ਤੁਹਾਡੇ ਕੋਲ ਬਣ ਜਾਊਗਾ 36 ਵਟੇ ਤੁਹਾਡੇ ਕੋਲ ਚੱਲ ਰਿਹਾ ਹੈਗਾ 66। ਇਸ ਅਗਲੇ ਸਟੈਪ ਦੇ ਵਿੱਚ 55 ਵਿੱਚੋਂ 36 ਨੂੰ ਮਾਈਨਸ ਕਰਾਂਗੇ, ਤੁਹਾਡਾ ਆਨਸਰ ਬਣ ਜਾਊਗਾ 19 ਤੇ ਵਟੇ ਤੁਹਾਡੇ ਕੋਲ ਚੱਲੀ ਜਾਂਦਾ 66। ਇਸ ਕਰਕੇ 19/66 ਸਹੀ ਆਨਸਰ ਹੋ ਜਾਏਗਾ ਤੁਹਾਡੇ 6ਵੇਂ ਕੁਐਸਚਨ ਦਾ। ਕੁਐਸਚਨ 7ਵਾਂ ਵੀ ਆਪਾਂ ਸੋਲਵ ਕਰ ਲੈਂਦੇ ਹਾਂ। ਇੱਥੇ ਤੁਹਾਨੂੰ ਕਰਨ ਲਈ ਕਿਹਾ ਗਿਆ -5/12 ਦੇ ਵਿੱਚੋਂ ਮਾਈਨਸ ਕਰਨ ਨੂੰ -3/4, ਕਿਉਂਕਿ ਇੱਥੇ ਤੁਹਾਡੇ ਕੋਲ ਦੋ ਮਾਈਨਸਾਂ ਨੇ ਤਾਂ ਤੁਹਾਨੂੰ ਬ੍ਰੈਕਟ ਲਾਉਣੀ ਵੀ ਪਊ ਤੇ ਦੋ ਮਾਈਨਸਾਂ ਤੁਹਾਡੇ ਕੋਲ ਬ੍ਰੈਕਟ ਖੁੱਲਣ ਤੋਂ ਬਾਅਦ ਬਣ ਜਾਣਗੀਆਂ ਪਲੱਸ। ਤਾਂ ਮਾਈਨਸ ਦਾ 5/12 ਐਂ ਰਹਿ ਜਾਊਗਾ, ਪਲੱਸ ਬ੍ਰੈਕਟ ਖੁੱਲ ਕੇ ਆਜੂ 3/4। ਇੱਥੇ ਹੁਣ ਤੁਸੀਂ ਜੋ ਐਲਸੀਐਮ ਲੈਣਾ ਹੈ ਉਹ ਲੈਣਾ ਹੈਗਾ 4 ਦਾ ਤੇ 12 ਦਾ। ਤਾਂ 12 ਤੇ 4 ਪਹਿਲਾਂ ਜਾਊਗਾ ਦੇਖੋ 3 ਦੇ ਪਹਾੜੇ ਦੇ ਉੱਤੇ, 3 ਚੌਕੀ 12 ਤੇ ਇੱਥੇ ਤੁਹਾਡੇ ਕੋਲ 4 ਹੀ ਰਹਿ ਜਾਊਗਾ। ਹੁਣ ਤੁਸੀਂ ਇਹਨੂੰ 4 ਨਾਲ ਕਰ ਸਕਦੇ ਹੋ ਤਾਂ ਤੁਹਾਡੇ ਕੋਲ ਆ ਜਾਊਗਾ 1। ਦੋ ਗੁਣਨਖੰਡ ਆ ਗਏ 3 ਤੇ 4 ਦਾ, ਤੇ 3 ਤੇ 4 ਨੂੰ ਜਦੋਂ ਤੁਸੀਂ ਗੁਣਾ ਕਰੋਗੇ ਤੁਹਾਡੇ ਕੋਲ ਐਲਸੀਐਮ ਬਣ ਜਾਊਗਾ 12। ਇਸ ਐਲਸੀਐਮ ਨੂੰ ਹੁਣ ਆਪਾਂ ਵਰਤ ਲਵਾਂਗੇ ਨੈਕਸਟ ਸਟੈਪ ਦੇ ਵਿੱਚ। ਤਾਂ ਹੇਠਾਂ ਆਪਾਂ ਲਗਾ ਲੈਂਦੇ ਹਾਂ ਜੀ 12, ਤੇ ਹੁਣ 12 ਨੂੰ 12 ਨਾਲ ਭਾਗ ਕੀਤੀ ਤੁਹਾਡੇ ਕੋਲ ਆ ਗਿਆ 1, ਤੇ 1 ਦੀ ਗੁਣਾ ਹੋ ਜਾਊਗੀ ਉੱਪਰ ਵਾਲੇ -5 ਨਾਲ, ਫਿਰ ਪਲੱਸ ਦਾ ਨਿਸ਼ਾਨ ਆ ਗਿਆ। ਉਸੇ ਤਰ੍ਹਾਂ ਨਾਲ ਹੁਣ 4 ਦੀ ਭਾਗ ਕੀਤੀ ਜਾਊਗੀ 12 ਨਾਲ, ਤੁਹਾਡੇ ਕੋਲ ਆਨਸਰ ਆ ਗਿਆ 3, 3 ਦੀ ਗੁਣਾ ਹੋ ਜੂ ਉੱਪਰ ਵਾਲੇ 3 ਦੇ ਨਾਲ। ਇਸ ਕਰਕੇ ਆਹ ਵਾਲਾ ਤੁਹਾਡਾ ਨੈਕਸਟ ਸਟੈਪ ਬਣ ਚੁੱਕਿਆ ਹੈਗਾ। ਅੱਗੇ ਚੱਲਦੇ ਹਾਂ। -5 ਦੀ 1 ਨਾਲ ਗੁਣਾ ਕੀਤੀ ਤੁਹਾਡੇ ਕੋਲ ਬਣ ਗਿਆ -5, ਪਲੱਸ ਦਾ ਨਿਸ਼ਾਨ। 3 ਨੂੰ 3 ਨਾਲ ਗੁਣਾ ਕੀਤੀ ਬਣ ਗਿਆ 9, ਵਟੇ ਤੁਹਾਡੇ ਕੋਲ ਚੱਲ ਰਿਹਾ ਹੈਗਾ ਆਲਰੇਡੀ 12। ਅਗਲੇ ਸਟੈਪ ਦੇ ਵਿੱਚ ਜੋ -5 ਸੀ ਤੇ ਪਲੱਸ ਦਾ 9 ਸੀ, ਇਹਨਾਂ ਨੂੰ ਹੱਲ ਕਰਾਂਗੇ ਤਾਂ ਤੁਹਾਡੇ ਕੋਲ ਪਲੱਸ ਦਾ ਬਣ ਜਾਊਗਾ 4 ਤੇ ਹੇਠਾਂ ਆਊਗਾ 12। 4 ਦੇ ਪਹਾੜੇ ਤੇ ਇਸ ਨੂੰ ਕੱਟ ਦੋ ਤਾਂ ਤੁਹਾਡੇ ਕੋਲ ਬਣ ਜਾਊਗਾ 1/3। 1/3 ਸਹੀ ਆਨਸਰ ਹੋ ਜਾਊਗਾ ਤੁਹਾਡੇ 7ਵੇਂ ਕੁਐਸਚਨ ਦਾ। ਅਗਲਾ ਤੇ ਲਾਸਟ ਸਵਾਲ ਆਪਾਂ 8ਵਾਂ ਵੀ ਕਰ ਲੈਂਦੇ ਹੈਗੇ। -8/25 ਵਿੱਚੋਂ ਤੁਸੀਂ ਘਟਾ ਦਿਓ 13/10। ਅਗਲੇ ਸਟੈਪ ਦੇ ਵਿੱਚ ਤੁਸੀਂ 25 ਦਾ ਤੇ 10 ਦਾ ਐਲਸੀਐਮ ਇੱਥੇ ਲੈ ਸਕਦੇ ਹੋ। 25 ਤੇ 10 ਦਾ ਐਲਸੀਐਮ ਅਗਰ ਆਪਾਂ ਲਵਾਂਗੇ ਤੁਸੀਂ ਦੇਖੋਗੇ ਕਿ ਇਹ ਦੋਨੇ 5 ਦੇ ਪਹਾੜੇ ਤੇ ਆ ਰਹੇ ਨੇ। 5 5 25 ਆ ਗਿਆ ਤੇ ਇੱਥੇ ਆ ਗਿਆ 5 ਦੂਣੀ 10 ਕਰਕੇ ਤੁਹਾਡੇ ਕੋਲ 3 ਗੁਣਨਖੰਡ ਬਣ ਗਏ 5 5 ਤੇ 2। ਇਹਨਾਂ ਦੀ ਅਗਰ ਆਪਾਂ ਗੁਣਾ ਕਰੀਏ ਤਾਂ ਤੁਸੀਂ ਦੇਖੋਗੇ ਕਿ 5 5 25 ਤੇ 25 ਦੂਣਾ 50। ਤਾਂ ਤੁਹਾਡੇ ਕੋਲ ਜੋ ਐਲਸੀਐਮ ਬਣ ਗਿਆ ਉਹ ਬਣ ਗਿਆ 50, ਤੇ ਤੁਹਾਡੇ ਕੋਲ ਜੋ ਐਲਸੀਐਮ ਬਣ ਗਿਆ ਉਹ ਇੱਥੇ ਬਣ ਗਿਆ 50। ਇਸ ਨੂੰ ਹੀ ਤੁਸੀਂ ਨੈਕਸਟ ਸਟੈਪ ਦੇ ਵਿੱਚ ਵਰਤ ਸਕਦੇ ਹੋ। ਤਾਂ ਆਪਾਂ ਇੱਥੇ ਥੱਲੇ 50 ਲਗਾ ਲੈਂਦੇ ਹੈਗੇ। ਹੁਣ 25 ਦੀ ਭਾਗ ਕੀਤੀ ਜਾਊਗੀ 50 ਦੇ ਨਾਲ, ਤੁਹਾਡੇ ਕੋਲ ਆ ਗਿਆ 2, 2 ਦੀ ਗੁਣਾ ਹੋ ਜਾਊਗੀ ਮਾਈਨਸ ਦੇ 8 ਨਾਲ।
ਤਾਂ ਮਾਈਨਸ ਦੇ 8 ਨਾਲ ਗੁਣਾ ਕਰਤੀ ਆਪਾਂ 2 ਦੀ। ਅੱਗੇ ਤੁਹਾਡੇ ਕੋਲ ਨਿਸ਼ਾਨ ਆ ਰਿਹਾ ਦੇਖੋ ਮਾਈਨਸ ਦਾ ਨਿਸ਼ਾਨ ਲੱਗ ਗਿਆ। ਹੁਣ 10 ਦੀ ਭਾਗ ਕੀਤੀ ਜਾਊਗੀ LCM 50 ਦੇ ਨਾਲ, ਤੁਹਾਡੇ ਕੋਲ ਆ ਗਿਆ ਆਨਸਰ 5 ਤੇ ਉਸ ਤੋਂ ਬਾਅਦ ਉਸ ਦੀ ਗੁਣਾ ਕਰ ਦਾਂਗੇ ਆਪਾਂ ਉੱਪਰ 13 ਦੇ ਨਾਲ। ਤਾਂ ਅਗਲੇ ਸਟੈਪ ਦੇ ਵਿੱਚ ਆਪਾਂ ਜਦੋਂ -8 ਦੀ ਗੁਣਾ 2 ਨਾਲ ਕੀਤੀ ਤੁਹਾਡੇ ਕੋਲ ਬਣ ਗਿਆ -16। ਅੱਗੇ ਨਿਸ਼ਾਨ ਫਿਰ ਮਾਈਨਸ ਦਾ ਆ ਰਿਹਾ ਹੈ। 13 ਦੀ ਗੁਣਾ ਕੀਤੀ ਅਗਰ ਆਪਾਂ 5 ਦੇ ਨਾਲ ਤਾਂ ਤੁਹਾਡੇ ਕੋਲ ਬਣ ਜਾਊਗਾ 65 ਤੇ ਵਟੇ ਤੁਹਾਡੇ ਕੋਲ ਚੱਲ ਰਿਹਾ ਹੈਗਾ 50। ਹੁਣ ਇੱਥੇ ਤੁਹਾਡੇ ਕੋਲ 16 ਵੀ ਮਾਈਨਸ ਦਾ ਤੇ 65 ਵੀ ਮਾਈਨਸ ਦਾ ਤਾਂ ਤੁਹਾਡੇ ਕੋਲ ਇਸ ਨੂੰ ਹੱਲ ਕਰਨ ਤੋਂ ਬਾਅਦ ਜੋ ਆਨਸਰ ਬਣੂਗਾ ਉਹ ਬਣੂਗਾ -81 ਵਟੇ 50। 81 ਤੇ 50 ਕਿਸੇ ਵੀ ਸਾਂਝੇ ਪਹਾੜੇ ਉੱਪਰ ਨਹੀਂ ਆਉਂਦੇ, ਇਸ ਕਰਕੇ -81 ਵਟਾ 50 ਸਹੀ ਆਨਸਰ ਹੋਊ ਤੁਹਾਡੇ 8ਵੇਂ ਕੁਐਸਚਨ ਦਾ। ਕੁਐਸਚਨ ਦੂਸਰੇ ਤੇ ਆ ਜਾਂਦੇ ਆਪਾਂ। ਇਸ ਵਿੱਚ ਆਪਾਂ ਨੂੰ ਜਾਂਚ ਕਰਨ ਲਈ ਕਿਹਾ ਗਿਆ ਹੈ ਕਿ ਅਗਰ ਆਪਾਂ x ਵਿੱਚੋਂ y ਨੂੰ ਘਟਾਈਏ ਤੇ ਦੂਜੇ ਪਾਸੇ ਅਗਰ ਆਪਾਂ y ਵਿੱਚੋਂ x ਨੂੰ ਘਟਾਈਏ ਤਾਂ ਆਪਾਂ ਦੇਖਣਾ ਕਿ ਆਨਸਰ ਬਰਾਬਰ ਨਹੀਂ ਆਉਣਾ ਚਾਹੀਦਾ। ਸਵਾਲ ਪਹਿਲਾ, ਸਭ ਤੋਂ ਪਹਿਲਾਂ ਆਪਾਂ ਹੱਲ ਕਰ ਲੈਂਦੇ ਆਂਗੇ ਖੱਬਾ ਪਾਸਾ। ਖੱਬੇ ਪਾਸੇ ਵਿੱਚ ਤੁਹਾਡੇ ਕੋਲ x y ਹੋ ਰਿਹਾ ਹੈਗਾ, ਇਹਦਾ ਮਤਲਬ ਕਿ -5/12 ਹੈ ਪਹਿਲੇ ਸਵਾਲ ਦੇ ਵਿੱਚ, ਉਸ ਵਿੱਚੋਂ ਅੱਗੇ ਮਾਈਨਸ ਕੀਤਾ ਜਾ ਰਿਹਾ ਹੈ -3/8 ਨੂੰ। ਇੱਥੇ ਬ੍ਰੈਕਟ ਆਪਾਂ ਕਿਉਂ ਲਗਾਈਏ ਕਿਉਂਕਿ ਇੱਕ ਮਾਈਨਸ ਅੰਦਰ ਆ ਰਹੀ ਹੈ ਤੇ ਇੱਕ ਮਾਈਨਸ ਬਾਹਰ ਆ ਰਹੀ ਹੈ। ਤਾਂ ਅਗਲੇ ਸਟੈਪ ਵਿੱਚ ਆਪਾਂ ਇਹੀ ਮਾਈਨਸ ਨੂੰ ਓਪਨ ਕਰ ਦੇਣਾ ਤੇ ਦੂਜੀ ਮਾਈਨਸ ਦੇ ਨਾਲ ਇਹ ਲੱਗ ਕੇ ਪਲੱਸ ਬਣਾ ਦੇਊਗੀ, ਤੁਹਾਡੇ ਕੋਲ ਆ ਜਾਊਗਾ 3/8। ਇੱਥੇ ਹੁਣ ਤੁਸੀਂ 12 ਦਾ ਤੇ 8 ਦਾ LCM ਬਣਾ ਸਕਦੇ ਹੋਗੇ। 12 ਤੇ 8 ਦਾ LCM ਬਣਾਉਣ ਵੇਲੇ ਤੁਸੀਂ ਇਸ ਨੂੰ 4 ਦੇ ਪਹਾੜੇ ਤੇ ਵੀ ਕਰ ਸਕਦੇ ਹੋਗੇ। ਇੱਥੇ ਆ ਗਿਆ 3 ਤੇ ਇੱਥੇ ਆ ਗਿਆ 2, ਤੁਹਾਡੇ ਕੋਲ 3 ਗੁਣਨਖੰਡ ਬਣ ਗਏ 4 3 ਤੇ 2। ਇਹਨਾਂ ਨੂੰ ਅਗਰ ਤੁਸੀਂ ਗੁਣਾ ਕਰੋਗੇ 4 3 ਤੇ 2 ਨੂੰ ਤਾਂ 4 ਤੀਏ 12 ਤੇ 12 ਦੂਣਾ 24 ਤੁਹਾਡਾ ਬਣ ਜਾਊਗਾ ਜੀ LCM। ਇਸ ਨੂੰ ਤੁਸੀਂ ਅਗਲੇ ਸਟੈਪ ਦੇ ਵਿੱਚ ਇੱਥੇ ਵਰਤ ਸਕਦੇ ਹੋ। ਤਾਂ ਅਗਲੇ ਸਟੈਪ ਵਿੱਚ ਆਪਾਂ ਇਸ ਨੂੰ 24 ਨੂੰ LCM ਵਰਤ ਲਿਆ ਤਾਂ ਉੱਪਰ ਤੁਹਾਡੇ ਕੋਲ -5 ਹੈਗਾ ਤੇ -5 ਦੀ ਗੁਣਾ ਕਰਨ ਦੇ ਲਈ ਜੋ ਅੰਕ ਲੱਭਣਾ ਆਪਾਂ ਉਹ ਕਿਵੇਂ ਲੱਭਾਂਗੇ, 12 ਦੀ ਭਾਗ ਕਰਕੇ ਦੇਖਾਂਗੇ 24 ਨਾਲ। 12 ਦੀ 24 ਨਾਲ ਭਾਗ ਕੀਤੀ ਤੁਹਾਡੇ ਕੋਲ ਆ ਗਿਆ 2, ਤਾਂ 2 ਦੀ ਗੁਣਾ ਹੋ ਗਈ -5 ਨਾਲ। ਫਿਰ ਪਲੱਸ ਦਾ ਨਿਸ਼ਾਨ ਹੈਗਾ, ਅੱਗੇ ਤੁਹਾਡੇ ਕੋਲ ਪਿਆ ਹੈਗਾ 3 ਤੇ ਅਗੇਨ ਤੁਸੀਂ 8 ਦੀ ਭਾਗ ਕਰਕੇ ਦੇਖੋਗੇ 24 ਦੇ ਨਾਲ, ਤੁਹਾਡੇ ਕੋਲ ਆ ਜਾਊਗਾ 3 ਤੇ 3 ਦੀ ਗੁਣਾ ਹੋਊਗੀ ਅੱਗੇ ਫਿਰ ਉੱਪਰ ਵਾਲੇ 3 ਦੇ ਨਾਲ। ਇਸ ਤਰ੍ਹਾਂ ਦਾ ਆਪਾਂ ਇੱਕ ਸਵਾਲ ਪਹਿਲੇ ਸਵਾਲ ਵਿੱਚ ਵੀ ਕਰ ਚੁੱਕੇ ਹਾਂ, ਇਸ ਕਰਕੇ ਤੁਸੀਂ ਉਸ ਦੀ ਹੈਲਪ ਲੈ ਸਕਦੇ ਹੋ। ਤੁਹਾਡੇ ਕੋਲ ਆ ਜਾਊਗਾ ਜੀ -10 + 9 ਤੇ ਵਟੇ ਤੁਹਾਡੇ ਕੋਲ ਜੋ ਚੱਲ ਰਿਹਾ ਹੈਗਾ ਉਹ ਚੱਲ ਰਿਹਾ ਹੈਗਾ 24। ਤਾਂ ਨੈਕਸਟ ਸਟੈਪ ਦੇ ਵਿੱਚ ਦੇਖੋ ਤੁਸੀਂ -10 ਹੈ ਤੇ ਪਲੱਸ ਦਾ 9 ਹੈ, ਤੁਹਾਡੇ ਕੋਲ ਓਵਰਆਲ ਬਚ ਜਾਊਗਾ -1 ਤੇ ਵਟਾ ਆ ਜਾਊਗਾ 24। ਇਹ ਜੋ ਤੁਸੀਂ ਹੱਲ ਕੀਤਾ -1/24, ਇਹ ਤੁਹਾਡਾ ਹੱਲ ਹੋਇਆਗਾ ਖੱਬੇ ਪਾਸੇ ਦੇ ਲਈ। ਹੁਣ ਆਪਾਂ ਇਸ ਨੂੰ ਹੱਲ ਕਰਾਂਗੇ ਸੱਜੇ ਪਾਸੇ ਦੇ ਲਈ। ਤਾਂ ਸੱਜੇ ਪਾਸਾ ਜਿਹੜਾ ਉਸ ਦੇ ਵਿੱਚ y - x ਕੀਤਾ ਜਾ ਰਿਹਾ ਹੈਗਾ, ਤਾਂ ਉਸ ਵਿੱਚ -3/8 ਤੇ ਉਸ ਦੇ ਵਿੱਚੋਂ ਮਾਈਨਸ ਕਰਾਂਗੇ -5/12 ਨੂੰ, ਤਾਂ -3/8। ਅੱਗੇ ਤੁਹਾਡੇ ਕੋਲ ਇਹ ਮਾਈਨਸ ਤੇ ਇਹ ਮਾਈਨਸ ਦੋਨਾਂ ਤੋਂ ਤੁਹਾਡੇ ਕੋਲ ਪਲੱਸ ਬਣ ਜਾਊਗਾ ਬ੍ਰੈਕਟ ਖੁੱਲਣ ਤੋਂ ਬਾਅਦ 5/12। ਅਗੇਨ ਅਗਰ ਤੁਸੀਂ 8 ਤੇ 12 ਦਾ LCM ਕੱਢੋਗੇ ਤਾਂ ਤੁਹਾਡੇ ਕੋਲ ਬਣ ਜਾਊਗਾ LCM 24। ਇਹ ਆਪਾਂ ਹੁਣੀ ਕਰਕੇ ਹਟੇ ਹਾਂ ਖੱਬੇ ਪਾਸੇ ਦੇ ਵੇਲੇ, ਇਸ ਕਰਕੇ ਆਪਾਂ ਥੱਲੇ ਲਗਾ ਲਵਾਂਗੇ 24। ਉਸ ਤੋਂ ਬਾਅਦ 8 ਦੀ ਭਾਗ ਕੀਤੀ 24 ਨਾਲ 3 ਆ ਗਿਆ, 3 ਦੀ ਗੁਣਾ ਹੋ ਜਾਊਗੀ -3 ਦੇ ਨਾਲ, ਤਾਂ ਤੁਹਾਡੇ ਕੋਲ ਬਣ ਜਾਊਗਾ -9। ਉਸ ਤੋਂ ਬਾਅਦ ਤੁਹਾਡੇ ਕੋਲ 12 ਦੀ ਭਾਗ ਕੀਤੀ 24 ਨਾਲ, ਤੁਹਾਡੇ ਕੋਲ ਆ ਗਿਆ 2 ਦੀ ਗੁਣਾ ਕਰਤੀ 5 ਦੇ ਨਾਲ, ਤੁਹਾਡੇ ਕੋਲ ਆ ਜਾਊਗਾ ਜੀ 10। ਹੁਣ -9 ਹੈ ਤੇ ਪਲੱਸ ਦਾ 10 ਹੈ ਤਾਂ ਤੁਹਾਡੇ ਕੋਲ ਬਚ ਜਾਊਗਾ 1 ਵਟਾ ਤੁਹਾਡੇ ਕੋਲ ਹੈ 24। ਤਾਂ 1/24 ਹੈ ਜੋ ਇਹ ਤੁਹਾਡੇ ਕੋਲ ਬਣਿਆ ਜੀ ਸੱਜਾ ਪਾਸਾ। ਤਾਂ ਦੇਖੋ ਖੱਬਾ ਪਾਸਾ ਤੁਹਾਡੇ ਕੋਲ -1/24 ਸੀ ਤੇ ਸੱਜਾ ਪਾਸਾ ਤੁਹਾਡੇ ਕੋਲ ਪਲੱਸ ਦਾ 1/24 ਹੈ। ਇਸ ਕਰਕੇ ਜੋ ਤੁਹਾਡੇ ਕੋਲ ਖੱਬਾ ਪਾਸਾ ਹੈ ਤੇ ਜੋ ਤੁਹਾਡੇ ਕੋਲ ਸੱਜਾ ਪਾਸਾ ਹੈ ਇਹ ਬਰਾਬਰ ਨਹੀਂ ਹਨ। ਇਹ ਜੋ ਨਿਸ਼ਾਨ ਹੈ ਬਰਾਬਰ ਦੇ ਉੱਤੇ ਅਗਰ ਆਪਾਂ ਜੋ ਲਾਈਨ ਮਾਰ ਦਈਏ ਇਸ ਤਰ੍ਹਾਂ ਨਾਲ, ਇਹਦਾ ਮਤਲਬ ਹੁੰਦਾ ਕਿ ਬਰਾਬਰ ਨਹੀਂ ਹਨ। ਤਾਂ ਇਸ ਤੇ ਤੁਸੀਂ ਲਿਖ ਸਕਦੇ ਹੋ ਕਿ ਕ੍ਰਮ ਵਟਾਂਦਰਾ ਹੈ ਜੋ ਉਹ ਨਹੀਂ ਲੱਗੂਗਾ। ਇਸੇ ਤਰ੍ਹਾਂ ਨਾਲ ਆਪਾਂ ਦੂਸਰਾ ਸਵਾਲ ਹੱਲ ਕਰ ਲੈਂਦੇ ਹਾਂ। ਤਾਂ ਖੱਬਾ ਪਾਸਾ ਹੋ ਗਿਆ ਜੀ x - y ਦੈਟ ਇਜ਼ 7/15 ਦੇ ਵਿੱਚੋਂ ਮਾਈਨਸ ਕਰਤਾ ਆਪਾਂ -3/10 ਨੂੰ। ਤਾਂ ਅਗਲੇ ਸਟੈਪ ਦੇ ਵਿੱਚ ਆਪਾਂ ਇਹਨਾਂ ਦੀ ਜੋ ਬ੍ਰੈਕਟ ਆ ਉਹ ਖੋਲਾਂਗੇ ਤੇ ਇਹ ਮਾਈਨਸ ਤੁਹਾਡੀ ਪਲੱਸ ਬਣ ਜੂ। ਤਾਂ 7/15 ਅੱਗੇ ਆ ਗਿਆ ਪਲੱਸ ਤੇ ਬ੍ਰੈਕਟ ਤੋਂ ਬਾਅਦ ਤੁਹਾਡੇ ਕੋਲ ਖੁੱਲ ਕੇ ਆ ਗਿਆ ਇੱਥੇ 3/10। ਹੁਣ ਤੁਸੀਂ ਜੋ LCM ਲੈਣਾ ਹੈਗਾ ਉਹ 15 ਤੇ 10 ਦਾ ਲੈਣਾ। ਤਾਂ ਇੱਥੇ 15 ਤੇ 10 ਦਾ ਅਗਰ ਤੁਸੀਂ LCM ਲਾਓਗੇ 5 ਦੇ ਪਹਾੜੇ ਤੇ ਇੱਥੇ ਆਜੂ 3, ਇੱਥੇ ਆਜੂ 2, ਤੁਹਾਡੇ ਕੋਲ ਇੱਥੇ 3 ਗੁਣਨਖੰਡ ਬਣ ਗਏ 5 3 ਤੇ 2। ਇਹਨਾਂ ਨੂੰ ਗੁਣਾ ਕਰ ਲਓ 5 ਤੀਏ 15, 15 ਦੂਣਾ 30। ਤਾਂ ਤੁਹਾਡੇ ਕੋਲ ਜੋ LCM ਬਣੂਗਾ ਇਸ ਨੈਕਸਟ ਸਟੈਪ ਦੇ ਵਿੱਚ ਉਹ ਬਣ ਜਾਊਗਾ 30। ਹੁਣ ਤੁਸੀਂ ਕੀ ਕਰਨਾ ਹੈ, 15 ਨੂੰ 30 ਨਾਲ ਭਾਗ ਕਰਨੀ ਹੈ, ਤੁਹਾਡੇ ਕੋਲ ਆਜੂ 2 ਤੇ 2 ਦੀ 7 ਨਾਲ ਗੁਣਾ ਕਰਕੇ ਤੁਹਾਡੇ ਕੋਲ ਆਜੂ 14। ਅਗਲਾ ਤੁਹਾਡਾ ਨਿਸ਼ਾਨ ਹੈਗਾ ਪਲੱਸ ਦਾ। ਹੁਣ 10 ਦੀ ਭਾਗ ਕੀਤੀ 30 ਦੇ ਨਾਲ, ਤੁਹਾਡੇ ਕੋਲ ਬਣ ਗਿਆ 3 ਦੀ ਗੁਣਾ ਕਰਤੀ 3 ਦੇ ਨਾਲ, ਤੁਹਾਡੇ ਕੋਲ ਆ ਗਿਆ ਜੀ 9। ਅੱਗੇ ਚੱਲਦੇ ਹਾਂ। ਇਸ ਸਟੈਪ ਦੇ ਵਿੱਚ 14 ਤੇ 9 ਨੂੰ ਪਲੱਸ ਕੀਤੇ ਤੋਂ ਬਾਅਦ ਤੁਹਾਡੇ ਕੋਲ ਬਣ ਜਾਊਗਾ 23 ਤੇ ਵਟਾ ਆਈ ਜਾਂਦਾ ਤੁਹਾਡੇ ਕੋਲ 30।
ਇਹ ਤੁਸੀਂ ਹੱਲ ਕਰ ਲਿਆ ਖੱਬੇ ਪਾਸੇ ਦੇ ਲਈ। ਹੁਣ ਤੁਸੀਂ ਇਸੇ ਤਰ੍ਹਾਂ ਨਾਲ ਸੱਜਾ ਪਾਸਾ ਵੀ ਕਰੋਗੇ। ਸੱਜੇ ਪਾਸੇ ਦੇ ਵਿੱਚ y - x ਕੀਤਾ ਜਾ ਰਿਹਾ ਹੈਗਾ। ਇਹਦਾ ਮਤਲਬ ਕੀ ਹੈ ਕਿ ਮਾਈਨਸ ਦਾ 3/10 ਹੈ ਜਿਹੜਾ ਉਹਦੇ ਵਿੱਚੋਂ ਘਟਾਇਆ ਜਾਊਗਾ 7/15 ਨੂੰ। ਤਾਂ ਦੇਖੋ ਫਿਰ ਤੋਂ ਤੁਹਾਡੇ ਕੋਲ 10 ਤੇ 15 ਦਾ ਐਲਸੀਐਮ ਤਾਂ ਉਹੀ ਆਊਗਾ, ਯਾਨੀ ਕਿ 30। ਤਾਂ 10 ਦੀ ਭਾਗ ਕੀਤੀ ਗਈ 30 ਨਾਲ, ਤੁਹਾਡੇ ਕੋਲ ਆ ਗਿਆ 3। 3 ਦੀ ਗੁਣਾ ਕੀਤੀ ਗਈ -3 ਦੇ ਨਾਲ, ਤੁਹਾਡੇ ਕੋਲ ਆ ਗਿਆ -9। ਅੱਗੇ 15 ਦੀ ਭਾਗ ਕੀਤੀ ਤੁਸੀਂ 30 ਨਾਲ, ਤੁਹਾਡੇ ਕੋਲ ਆ ਗਿਆ 2। 2 ਦੀ ਗੁਣਾ ਕੀਤੀ ਗਈ 7 ਦੇ ਨਾਲ, ਤੁਹਾਡੇ ਕੋਲ ਆ ਜਾਊਗਾ ਜੀ 14। ਵਿਚਾਲੇ ਤੁਹਾਡੇ ਕੋਲ ਮਾਈਨਸ ਦਾ ਨਿਸ਼ਾਨ ਹੈ ਤਾਂ ਮਾਈਨਸ ਦਾ ਨਿਸ਼ਾਨ ਹੀ ਆ ਜਾਊਗਾ। ਹੁਣ ਇਹਨਾਂ ਨੂੰ ਅਗਰ ਤੁਸੀਂ ਹੱਲ ਕਰੋਗੇ ਤਾਂ -9 ਤੇ -14 ਤੁਹਾਡੇ ਕੋਲ ਬਣਾ ਦੂੰ -23 ਤੇ ਵਟੇ ਆ ਗਿਆ 30। ਤਾਂ ਖੱਬੇ ਪਾਸੇ ਆ ਗਿਆ ਤੁਹਾਡੇ ਕੋਲ 23/30, ਸੱਜੇ ਪਾਸੇ ਆ ਗਿਆ -23/30 ਜੋ ਕਿ ਬਰਾਬਰ ਨਹੀਂ ਹਨ। ਇਸ ਕਰਕੇ ਕਰਮ ਵਟਾਂਦਰਾ ਇੱਥੇ ਵੀ ਲਾਗੂ ਨਹੀਂ ਹੋਊਗਾ। ਕੁਐਸਚਨ ਤੀਸਰਾ ਵੀ ਹੱਲ ਕਰ ਲੈਂਦੇ ਆਪਾਂ। ਇੱਧਰ ਤੁਹਾਡੇ ਕੋਲ ਆ ਗਿਆ ਇੱਕ ਖੱਬਾ ਪਾਸਾ, ਇੱਧਰ ਤੁਹਾਡੇ ਕੋਲ ਆ ਗਿਆ ਇੱਕ ਸੱਜਾ ਪਾਸਾ। ਖੱਬੇ ਪਾਸੇ ਦੇ ਵਿੱਚ ਤੁਹਾਡੇ ਕੋਲ ਬਣ ਜਾਊਗਾ x - y ਤੇ ਸੱਜੇ ਪਾਸੇ ਤੁਹਾਨੂੰ ਪੁੱਛਿਆ ਗਿਆ ਹੈਗਾ y - x। ਪਹਿਲਾਂ ਆਪਾਂ ਖੱਬਾ ਪਾਸਾ ਕਰ ਲੈਂਦੇ ਹਾਂ। ਤਾਂ ਖੱਬੇ ਪਾਸੇ ਵਿੱਚ -15/16 ਕਰ ਦੇਵਾਂਗੇ ਆਪਾਂ। ਫਿਰ ਉਸ ਤੋਂ ਬਾਅਦ ਮਾਈਨਸ ਹੋ ਜਾਊਗਾ 7/12। ਤਾਂ ਇੱਥੇ ਜਦੋਂ ਤੁਸੀਂ ਹੱਲ ਕਰਨਾ ਇਸ ਨੂੰ ਤਾਂ ਈਜ਼ੀ ਹੋ ਜਾਊਗਾ। 16 ਤੇ 12 ਦਾ ਐਲਸੀਐਮ ਲੈਣਾ। 16 ਤੇ 12 ਦਾ ਜਦੋਂ ਆਪਾਂ ਐਲਸੀਐਮ ਲਵਾਂਗੇ ਤਾਂ ਤੁਸੀਂ ਦੇਖੋਗੇ ਕਿ ਆਪਾਂ ਇਸ ਨੂੰ 4 ਦੇ ਪਹਾੜੇ ਤੇ ਕਰ ਸਕਦੇ ਹਾਂ। 4 ਚੌਕੇ 16 ਆ ਗਿਆ, 3 ਚੌਕੇ 12 ਆ ਗਿਆ। ਤੁਹਾਡੇ ਕੋਲ 3 ਗੁਣਨਖੰਡ ਬਣ ਗਏ 4 4 ਤੇ 3। 4 ਗੁਣਾ ਨੂੰ ਕਰੋ 4 ਨਾਲ 16 ਨੂੰ 3 ਨਾਲ ਗੁਣਾ ਕਰੋ, ਤੁਹਾਡੇ ਕੋਲ ਆ ਗਿਆ ਐਲਸੀਐਮ 48। 48 ਐਲਸੀਐਮ ਹੁਣ ਤੁਸੀਂ ਵਰਤੋਗੇ। 48 ਐਲਸੀਐਮ ਤੁਸੀਂ ਵਰਤੋਗੇ ਅਗਲੇ ਸਟੈਪ ਦੇ ਵਿੱਚ। ਤਾਂ ਐਲਸੀਐਮ ਆਪਾਂ ਇੱਥੇ ਥੱਲੇ 48 ਲਾ ਲੈਂਦੇ ਹਾਂ। ਹੁਣ 16 ਦੀ ਭਾਗ ਕੀਤੀ ਗਈ 48 ਨਾਲ, ਤੁਹਾਡੇ ਕੋਲ ਆ ਗਿਆ 3। 3 ਦੀ ਗੁਣਾ ਕੀਤੀ ਜਾਊਗੀ -15 ਦੇ ਨਾਲ, ਤਾਂ -15 ਗੁਣਾ 3। ਅੱਗੇ ਤੁਹਾਡੇ ਕੋਲ ਨਿਸ਼ਾਨ ਮਾਈਨਸ ਦਾ ਹੈ, ਮਾਈਨਸ ਦਾ ਨਿਸ਼ਾਨ ਲੱਗ ਗਿਆ। ਉਸ ਤੋਂ ਬਾਅਦ 12 ਦੀ ਭਾਗ ਕੀਤੀ ਗਈ 48 ਨਾਲ, ਤੁਹਾਡੇ ਕੋਲ ਆ ਗਿਆ ਜੀ 4। ਤਾਂ 4 ਦੀ ਗੁਣਾ ਹੋ ਜੂਗੀ ਤੁਹਾਡੇ ਕੋਲ ਇੱਥੇ 7 ਨਾਲ, ਤਾਂ 7 ਗੁਣਾ 4। ਹੁਣ ਤੁਸੀਂ ਇਸ ਨੂੰ ਅਗਲੇ ਸਟੈਪ ਦੇ ਵਿੱਚ ਹੱਲ ਕਰ ਸਕਦੇ ਹੋ। ਤਾਂ ਮਾਈਨਸ ਦਾ 45 ਆ ਜਾਊਗਾ 15 3 ਨਾਲ ਗੁਣਾ ਕਰਕੇ, ਤੇ 7 ਚੌਕਾ 28, ਇਹ ਵੀ ਮਾਈਨਸ ਦਾ ਆ ਜਾਊਗਾ ਕਿਉਂਕਿ ਇੱਥੇ ਮਾਈਨਸ ਦਾ ਨਿਸ਼ਾਨ ਲੱਗਿਆ ਹੋਇਆ ਹੈਗਾ। ਉਸ ਤੋਂ ਬਾਅਦ ਵਟੇ ਤੁਹਾਡੇ ਕੋਲ ਚੱਲੀ ਜਾਂਦਾ 48। ਤਾਂ ਚਲੋ ਇਸ ਨੂੰ ਹੱਲ ਕਰ ਲੈਂਦੇ ਹਾਂ। ਮਾਈਨਸ ਦਾ 45 ਤੇ ਮਾਈਨਸ ਦਾ 28, ਤੁਹਾਡੇ ਕੋਲ ਆ ਜਾਊਗਾ -73/48। ਇਹ ਤੁਹਾਡਾ ਹੱਲ ਹੋ ਚੁੱਕਿਆ ਹੈਗਾ ਖੱਬੇ ਪਾਸੇ ਦੇ ਲਈ। ਹੁਣ ਆਪਾਂ ਇਸ ਤੋਂ ਬਾਅਦ ਸੱਜਾ ਪਾਸਾ ਕਰਦੇ ਹਾਂ। ਤਾਂ ਇੱਥੇ ਤੁਹਾਡੇ ਕੋਲ ਬਣ ਜਾਊਗਾ 7/12 -15/16। ਬ੍ਰੈਕਟ ਖੁੱਲ੍ਹਣ ਤੋਂ ਬਾਅਦ ਇਹ ਵਾਲੀ ਜੋ ਮਾਈਨਸ ਹੈ ਤੁਹਾਡੀ, ਇਹ ਪਲੱਸ ਵਿੱਚ ਤਬਦੀਲ ਹੋ ਜੂਗੀ। ਇਸ ਕਰਕੇ 7/12 + 15/16। ਯਾਦ ਕਰੋ ਕਿ ਜੋ ਆਪਣੇ ਕੋਲ ਐਲਸੀਐਮ ਆਇਆ ਸੀਗਾ ਉਹ ਸੀ 48, ਤਾਂ ਉਹੀ 48 ਐਲਸੀਐਮ ਆਪਾਂ ਇੱਥੇ ਵਰਤਾਂਗੇ। ਤਾਂ ਐਲਸੀਐਮ ਦੇ ਲਈ ਆਪਾਂ ਥੱਲੇ ਲਾ ਲਿਆ ਜੀ 48 ਨੂੰ। ਉਸ ਤੋਂ ਬਾਅਦ 12 ਦੀ ਭਾਗ ਕੀਤੀ 48 ਨਾਲ, 4 ਆ ਗਿਆ। 4 ਦੀ ਗੁਣਾ ਕੀਤੀ 7 ਦੇ ਨਾਲ, 7 ਚੌਕਾ 28। ਉਸ ਤੋਂ ਬਾਅਦ 16 ਦੀ ਭਾਗ ਕੀਤੀ 48 ਨਾਲ, 3 ਆ ਗਿਆ। 3 ਦੀ ਗੁਣਾ ਕੀਤੀ 15 ਦੇ ਨਾਲ, 15 ਤੀਆ 45। ਇਸ ਤੋਂ ਬਾਅਦ ਆਪਾਂ 28 ਨੂੰ ਤੇ 45 ਨੂੰ ਜੋੜਾਂਗੇ, ਤੁਹਾਡੇ ਕੋਲ ਜੋ ਆਨਸਰ ਬਣੂਗਾ ਉਹ ਬਣੂਗਾ 73/48। ਤਾਂ ਦੇਖੋ ਕਿ ਜੋ ਸੱਜਾ ਪਾਸਾ ਤੁਹਾਡੇ ਕੋਲ ਉੱਥੇ 73/48 ਆ ਰਿਹਾ, ਖੱਬੇ ਪਾਸੇ ਤੁਹਾਡੇ ਕੋਲ ਮਾਈਨਸ ਵਿੱਚ 73/48 ਆ ਰਿਹਾ। ਇਸ ਕਰਕੇ ਬਰਾਬਰ ਨਹੀਂ ਹਨ ਤੇ ਇੱਥੇ ਕਰਮ ਵਟਾਂਦਰਾ ਵੀ ਲਾਗੂ ਨਹੀਂ ਹੋਊਗਾ। ਇਸ ਤੋਂ ਬਾਅਦ ਚੌਥਾ ਸਵਾਲ ਵੀ ਆਪਾਂ ਹੱਲ ਕਰ ਲੈਂਦੇ ਆਂਗੇ। ਮਾਈਨਸ ਦਾ 3/4 ਇਹਦੇ ਵਿੱਚੋਂ ਘਟਾਓ ਕੀਤਾ ਗਿਆ, ਮਾਈਨਸ ਦੇ ਹੀ 5/6 ਨੂੰ। ਇੱਥੇ ਆਪਾਂ ਜਦੋਂ ਵੀ ਬ੍ਰੈਕਟ ਖੋਲਾਂਗੇ ਤਾਂ ਆਹ ਵਾਲੀ ਜੋ ਮਾਈਨਸ ਹੈ ਤੇ ਆਹ ਵਾਲੀ ਮਾਈਨਸ ਹੈ, ਇਹਨਾਂ ਤੋਂ ਪਲੱਸ ਬਣ ਜਾਊਗਾ। ਤਾਂ ਇਹ ਬਣ ਜਾਊਗਾ -3/4 + 5/6। ਇੱਥੇ ਹੁਣ ਆਪਾਂ 6 ਤੇ 4 ਦੋਨਾਂ ਦਾ ਐਲਸੀਐਮ ਕੈਲਕੂਲੇਟ ਕਰ ਲੈਣਾ ਹੈਗਾ। 4 ਤੇ 6 ਦਾ ਐਲਸੀਐਮ ਕੱਢਣ ਦੇ ਲਈ ਦੇਖੋ ਤੁਸੀਂ 2 ਦੇ ਪਹਾੜੇ ਤੇ ਜਾਓਗੇ, ਤੁਹਾਡੇ ਕੋਲ ਆ ਜਾਊਗਾ ਇੱਥੇ 2 ਤੇ 3 ਦੂਣੀ ਹੁੰਦਾ 6। ਤੁਹਾਡੇ ਕੋਲ 3 ਗੁਣਨਖੰਡ ਆ ਗਏ, 2 2 ਤੇ 3। 2 ਦੀ 2 ਨਾਲ ਗੁਣਾ ਕੀਤੀ 4 ਤੇ 4 3 ਨਾਲ ਗੁਣਾ ਕੀਤੀ, ਤੁਹਾਡੇ ਕੋਲ ਜੋ ਐਲਸੀਐਮ ਬਣੂਗਾ ਉਹ ਬਣ ਜਾਊਗਾ ਜੀ 12। ਹੁਣ ਆਪਾਂ ਇਸ ਨੂੰ ਅੱਗੇ ਤੋਰ ਸਕਦੇ ਹਾਂ। 4 ਦੀ ਭਾਗ ਕੀਤੀ ਆਪਾਂ 12 ਦੇ ਨਾਲ, ਤੁਹਾਡੇ ਕੋਲ ਆ ਗਿਆ 3। 3 ਦੀ ਗੁਣਾ ਹੋ ਜੂਗੀ -3 ਦੇ ਨਾਲ, ਤਾਂ -3 ਦੀ ਗੁਣਾ ਹੋ ਜੂਗੀ 3 ਦੇ ਨਾਲ। ਉਸ ਤੋਂ ਬਾਅਦ ਤੁਹਾਡੇ ਕੋਲ ਨਿਸ਼ਾਨ ਆ ਰਿਹਾ ਹੈਗਾ ਪਲੱਸ ਦਾ, ਇੱਥੇ ਵਾਲਾ। ਇਸ ਤੋਂ ਬਾਅਦ ਤੁਸੀਂ 6 ਦੀ ਭਾਗ ਕਰੋਗੇ 12 ਦੇ ਨਾਲ, ਤੁਹਾਡੇ ਕੋਲ ਆ ਜੂ 2। 2 ਦੀ ਗੁਣਾ ਹੋ ਜੂ 5 ਦੇ ਨਾਲ, ਤਾਂ 2 ਦੀ ਗੁਣਾ ਹੋ ਗਈ ਜੀ 5 ਦੇ ਨਾਲ। ਅਗਲੇ ਵਾਲੇ ਸਟੈਪ ਦੇ ਵਿੱਚ ਤੁਹਾਡੇ ਕੋਲ ਉੱਪਰ ਗੁਣਾ ਕਰ ਦੇਣੀ ਹੈ। 3 ਦੀ ਤੇ -3 ਦੀ ਗੁਣਾ ਕਰਕੇ ਤੁਹਾਡੇ ਕੋਲ ਬਣ ਜੂ -9। ਫਿਰ 5 ਦੀ 2 ਨਾਲ ਗੁਣਾ ਕੀਤੀ, ਤੁਹਾਡੇ ਕੋਲ ਬਣ ਜੂਗਾ +10 ਵਟੇ ਤੁਹਾਡੇ ਕੋਲ ਜੋ ਚੱਲ ਰਿਹਾ ਉਹ ਚੱਲ ਰਿਹਾ ਹੈਗਾ 12। ਤੇ ਇੱਥੇ ਤੁਹਾਡੇ ਕੋਲ 10 ਪਲੱਸ ਦਾ ਸੀ, 9 ਮਾਈਨਸ ਦਾ ਸੀ, ਤੁਹਾਡੇ ਕੋਲ ਬਣ ਜੂ 1/12। ਇਹ ਤੁਸੀਂ ਸੋਲਵ ਕਰ ਚੁੱਕੇ ਹੋ ਖੱਬੇ ਹੱਥ ਦੇ ਲਈ। ਹੁਣ ਆਪਾਂ ਸੱਜਾ ਪਾਸਾ ਜੋ ਉਹ ਵੀ ਸੋਲਵ ਕਰ ਲੈਂਦੇ ਹਾਂ। ਤਾਂ ਇੱਥੇ ਤੁਹਾਡੇ ਕੋਲ -5/6 ਹੈ ਜਿਹੜਾ
ਉਹਦੇ ਵਿੱਚੋਂ ਘਟਾਇਆ ਜਾਊਗਾ ਮਾਈਨਸ ਦੇ 3/4 ਨੂੰ। ਉਸੇ ਤਰ੍ਹਾਂ ਦੇ ਨਾਲ ਤੁਸੀਂ ਬ੍ਰੈਕਟ ਖੋਲ ਲੈਣੀ ਹੈ ਬਿਲਕੁਲ ਫਸਟ ਸਟੈਪ ਦੇ ਵਿੱਚ। ਤੁਹਾਡੇ ਕੋਲ ਇੱਥੇ ਪਲੱਸ ਬਣ ਜਾਊਗਾ 3/4 ਦੇ ਮੂਰੇ। ਤੁਹਾਨੂੰ ਪਤਾ ਕਿ 6 ਤੇ 4 ਦੋਨਾਂ ਦਾ ਐਲਸੀਐਮ ਜਦੋਂ ਬਣੂਗਾ ਤਾਂ ਉਹ 12 ਬਣੂਗਾ। ਖੱਬੇ ਪਾਸੇ ਦੇ ਵਿੱਚ ਵੀ ਆਪਾਂ ਵਰਤਿਆ ਸੀ ਤਾਂ ਆਪਾਂ ਇੱਥੇ 12 ਲਗਾ ਲੈਂਦੇ ਹਾਂ। ਹੁਣ 6 ਦੀ ਭਾਗ ਕੀਤੀ ਆਪਾਂ 12 ਦੇ ਨਾਲ 2 ਆ ਗਿਆ। 2 ਦੀ ਗੁਣਾ ਕੀਤੀ -5 ਦੇ ਨਾਲ ਤੁਹਾਡੇ ਕੋਲ ਆ ਗਿਆ -10। ਉਸੇ ਤਰ੍ਹਾਂ ਨਾਲ 4 ਦੀ ਭਾਗ ਕੀਤੀ 12 ਦੇ ਨਾਲ ਤੁਹਾਡੇ ਕੋਲ ਆ ਗਿਆ 3। 3 ਦੀ ਗੁਣਾ ਕਰਤੀ 3 ਦੇ ਨਾਲ ਤੁਹਾਡੇ ਕੋਲ ਆ ਗਿਆ 9। ਹਾਂਜੀ, ਹੁਣ ਤੁਹਾਡੇ ਕੋਲ -10 ਹੈ ਤੇ ਪਲੱਸ ਦਾ 9 ਹੈ। ਇਸ ਕਰਕੇ ਤੁਹਾਡੇ ਕੋਲ ਬਚ ਜੂਗਾ -1 ਵਟੇ ਤੁਹਾਡੇ ਕੋਲ ਚੱਲ ਰਿਹਾ 12। ਇਹ -1/12 ਤੁਹਾਡੇ ਕੋਲ ਬਣ ਗਿਆ ਸੱਜੇ ਪਾਸੇ। ਖੱਬੇ ਪਾਸੇ ਤੁਹਾਡੇ ਕੋਲ ਬਣਿਆ ਹੋਇਆ ਹੈਗਾ 1/12। ਇਹ ਦੋਨੇ ਪਾਸੇ ਬਰਾਬਰ ਨਹੀਂ ਹਨ, ਕਾਰਮ ਵਟਾਂਦਰਾ ਇੱਥੇ ਲਾਗੂ ਨਹੀਂ ਹੋਊਗਾ।